BC ਦੇ ਵਿੱਚ ਹੜ੍ਹਾਂ ਵਾਲੀ ਜਦੋਂ ਸਥਿਤੀ ਪੈਦਾ ਹੋਈ ਤਾਂ ਬਹੁਤ ਸਾਰੇ ਅਜਿਹੇ ਲੋਕ ਸੀਗੇ ਜਿਹੜੇ ਜਿੱਥੇ ਕਈ ਥਾਵਾਂ ਤੋਂ ਰੂਟ ਜਿਨ੍ਹਾਂ ਦੇ ਡਾਇਵਰਟ ਹੋ ਗਏ, ਸਟਕ ਹੋ ਗਏ ਕਈ ਥਾਵਾਂ ਦੇ ਉੱਤੇ। ਹੋਪ ਦੇ ਵਿੱਚ ਅਸੀਂ ਦੇਖਿਆ ਕਿ ਕਤਾਰ ਲੱਗੀ ਹੋਈ ਸੀ ਲੰਬੀ ਸਾਰੀ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰ ਨੇ ਉਹ ਟਸ ਤੋਂ ਮਸ ਨਹੀਂ ਹੋ ਪਾ ਰਹੇ ਸੀ, ਉੱਥੇ ਹੀ ਰੁਕੇ ਹੋਏ ਸੀ। ਬਹੁਤ ਸਾਰੇ ਪੀੜਤਾਂ ਦੇ ਨਾਲ ਸਾਡੀ ਗੱਲਬਾਤ ਹੋਈ, ਕੁਝ ਪੀੜਤ ਸਾਡੇ ਨਾਲ ਚੈਨਲ ਪੰਜਾਬੀ ਤੱਕ ਵੀ ਪਹੁੰਚੇ ਨੇ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕੀ ਕੁਝ ਉਸ ਦੌਰਾਨ ਉਹਨਾਂ ਨੇ ਦੇਖਿਆ, ਕੀ ਕੁਝ ਉਹਨਾਂ ਦੇ ਨਾਲ ਵਾਪਰਿਆ। ਜੀ ਤੁਸੀਂ ਹੋਪ ਦੇ ਵਿੱਚ ਜਿਹੜੇ ਫਸੇ ਡਰਾਈਵਰ ਸੀ ਉਹਨਾਂ ਦੇ ਵਿੱਚ ਹੀ ਤੁਸੀਂ ਵੀ ਸ਼ਾਮਿਲ ਹੋ, ਕੀ ਕੁਛ ਉਸ ਦੌਰਾਨ ਹੋਇਆ, ਕਿੱਥੋਂ ਤੁਸੀਂ ਆ ਰਹੇ ਸੀ ਜਦੋਂ ਸਟਕ ਹੋਏ, ਤਾਂ ਓਵਰਆਲ ਉੱਥੋਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਕਿਵੇਂ ਦੀ ਬਣੀ ਹੋਈ ਸੀ ਉਸ ਦੌਰਾਨ, ਕੀ ਹਾਲਾਤ ਸੀਗੇ? ਆਪਣੇ ਜੀ ਅਸੀਂ ਐਡਮਿੰਟਨ ਤੋਂ ਚੱਲੇ ਸੀਗੇ। ਐਡਮਿੰਟਨ ਤੋਂ ਚੱਲ ਕੇ ਅਸੀਂ ਇੱਥੇ ਸਰੀ ਲੋਡ ਲਾਉਣਾ ਸੀਗਾ ਤੇ ਪਿੱਛੋਂ ਬੜਾ ਸੋਹਣਾ ਆ ਰਿਹਾ ਸੀ ਸਾਰਾ, ਤੇ ਮੋਹਰੇ ਮੀਂਹ ਕਾਫੀ ਪੈ ਰਿਹਾ ਸੀਗਾ। ਜਦੋਂ ਇੱਧਰ ਆਪਣੇ ਅਸੀਂ ਮੇਰਠ ਆਏ ਆ, ਮੇਰਠ ਤੋਂ ਸਾਨੂੰ ਉਹਦਾ ਪਤਾ ਲੱਗਣ ਲੱਗ ਪਿਆ ਸੀ ਵੀ ਮੋਹਰੇ ਮੀਂਹ ਜ਼ਿਆਦਾ ਆ, ਵੀ ਉਹਨਾਂ ਨੇ ਥੋੜ੍ਹਾ ਦੱਸਤਾ ਹੈਗਾ। ਪਰ ਅਸੀਂ ਜਿੱਥੇ ਪਹੁੰਚੇ ਆ, ਜਿੱਥੋਂ ਰੋਡ ਡਿੱਗਿਆ ਥੱਲੇ ਧਸਿਆ ਆ, ਉੱਥੇ ਤੱਕ ਪਹੁੰਚੇ ਆ ਵੀ ਉੱਥੇ ਬਹੁਤ ਮੰਦਾ ਹਾਲ ਸੀ। ਉਦੋਂ ਬਾਅਦ ਚਣੀ ਹਾਈਵੇ 3 ਲੈ ਕੇ, ਪਹਿਲਾਂ 5 ਲਿਆ, ਫਿਰ 3 ਲੈ ਕੇ ਅਸੀਂ ਹੋਪ ਤੱਕ ਪਹੁੰਚੇ ਆ ਜੀ। ਤੇ ਰਾਹੇ ਦੇ ਵਿੱਚ ਬਹੁਤ ਜਗ੍ਹਾ ਮੱਡ ਸਲਾਈਡਿੰਗ ਹੋਣ ਲੱਗ ਪਈ। ਜਿੱਦਾਂ ਜਿੱਦਾਂ ਅਸੀਂ ਨੱਕਲੀ ਆਉਂਦੇ ਸੀ ਉੱਦਾਂ ਮੱਡ ਸਲਾਈਡਿੰਗ ਹੋਈ ਜਾਂਦੀ ਸੀਗੀ। ਤੇ ਕੁਛ ਜਗ੍ਹਾ ਅਸੀਂ ਹੋਪ ਇੱਦਾਂ ਫਸ ਗਈ, ਮੋਹਰੇ ਮੱਡ ਸਲਾਈਡਿੰਗ ਹੋ ਗਈ, ਗੱਬੇ ਟਰੱਕ ਫਸ ਗਏ, ਪਿੱਛੇ ਮੱਡ ਸਲਾਈਡਿੰਗ ਹੋ ਗਈ, ਉਹ ਟਰੱਕ ਫਸੇ ਰਹੇ ਉਦਣ ਦੇ। ਤੇ ਅਸੀਂ ਉੱਥੇ ਫਿਰ ਹੋਪ ਸਾਨੂੰ ਕੱਢਣਾ ਪਿਆ ਤੇ ਹੋਪ ਰਹੇ ਆ ਅਸੀਂ। ਸਾਨੂੰ ਫਿਰ ਉੱਥੇ ਜਿੰਨਾ ਸਾਡਾ ਇੱਕ ਦਿਨ ਤਾਂ ਫੂਡ ਦਾ ਚੱਲ ਗਿਆ, ਜਿਹੜਾ ਸਾਡੇ ਕੋਈ ਸਾਰਾ ਰਲ ਮਿਲ ਕੇ ਖਾਧਾ। ਅਸੀਂ ਟਰੱਕਾਂ ਦੇ ਵਿੱਚ ਫੈਮਲੀਆਂ ਨੂੰ ਪਾਇਆ ਤੇ ਅਸੀਂ ਸਾਰਾ ਇਕੱਠੇ ਜਿੱਦਾਂ ਹੋਏ ਆ। ਤੇ ਜਦੋਂ ਬਾਅਦ ਚਣੀ ਜੋ ਸਾਨੂੰ ਪਤਾ ਲੱਗਣ ਲੱਗ ਪਿਆ ਵੀ ਹੋਪ ਦੇ ਵਿੱਚ ਵੀ ਸਟੋਰਾਂ 'ਤੇ ਵੀ ਹੈ ਨਹੀਂ ਕੁਛ, ਤੇ ਫਿਰ ਅਸੀਂ ਰੁਪਿੰਦਰ ਭੈਣ ਜੀ ਉਹਨਾਂ ਨਾਲ ਮੈਂ ਕੰਟੈਕਟ ਕੀਤਾ। ਤੇ ਇਹਨਾਂ ਨੇ ਕੰਟੈਕਟ ਕਰਨਾ, ਇਹਨਾਂ ਨੇ ਇੱਥੋਂ ਸਾਨੂੰ ਵੀ ਇੱਥੇ ਸਾਰਾ ਇਹਨਾਂ ਨੇ ਕੀਤਾ ਤੇ ਸਾਡੇ ਤੱਕ ਫੂਡ ਪਹੁੰਚਦਾ ਕੀਤਾ। ਤੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਜੀ ਉੱਥੇ, ਵੀ ਜਿਨ੍ਹਾਂ ਨੇ ਅੱਖੀ ਦੇਖਿਆ ਉਹਨਾਂ ਨੂੰ ਪਤਾ ਵੀ ਉੱਥੇ ਕੀ ਆ। ਤੇ ਬਈ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤਾਂ ਬਹੁਤ ਹਾਲਾਤ ਖਰਾਬ ਆ ਜੀ। ਥੋੜ੍ਹਾ ਜਿਹਾ ਤੁਸੀਂ ਇੱਧਰ ਨੂੰ ਆ ਜਾਓ, ਔਰ ਮੈਨੂੰ ਇਸ ਗੱਲ ਨੂੰ ਮੈਂ ਬਹੁਤ ਸਾਰੀਆਂ ਹੋਰ ਵੀ ਤੁਹਾਡੇ ਨਾਲ ਗੱਲਾਂ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਨੇ। ਜਦੋਂ ਉਸ ਵੇਲੇ ਹੋਇਆ, ਤੁਸੀਂ ਅੱਖੀ ਦੇਖਣ ਵਾਲਿਆਂ ਦੀ ਗੱਲ ਕਰ ਰਹੇ ਹੋ, ਅੱਖੀ ਦੇਖਣ ਵਾਲਿਆਂ ਦੇ ਵਿੱਚ ਤੁਸੀਂ ਵੀ ਉੱਥੇ ਸ਼ਾਮਿਲ ਸੀ। ਕਿੰਨੇ ਕੁ ਲੋਕ ਉੱਥੇ ਸੀਗੇ, ਕਿੰਨੇ ਟਰੱਕ ਡਰਾਈਵਰ ਸੀਗੇ ਜਿਹੜੇ ਸਟਕ ਹੋਏ ਪਏ ਸੀਗੇ? ਤੇ ਤੁਹਾਡੀ ਮਦਦ ਲਈ ਸਪੈਸ਼ਲੀ ਤੁਸੀਂ ਆਪਣੇ ਤੌਰ ਦੇ ਉੱਤੇ ਰੁਪਿੰਦਰ ਕੌਰ ਹੋਣਾ ਦੇ ਨਾਲ ਤੁਸੀਂ ਰਾਬਤਾ ਕਾਇਮ ਕੀਤਾ, ਹੋਰ ਲੋਕਾਂ ਤੱਕ ਤੁਸੀਂ ਜਿਹੜੀ ਆਪਣੀ ਆਵਾਜ਼ ਪਹੁੰਚਾਈ। ਇਸ ਤੋਂ ਇਲਾਵਾ ਕਿ ਜਿਹੜੇ ਉੱਥੇ ਮੌਜੂਦਾ ਸਥਿਤੀ ਦੇ ਵਿੱਚ ਲੋਕ ਸੀਗੇ, ਉਹਨਾਂ 'ਚੋਂ ਕਿਹਦੇ ਵੱਲੋਂ ਤੁਹਾਨੂੰ ਮਦਦ ਜਿਹੜੀ ਆ ਉਹ ਮਿਲ ਰਹੀ ਸੀਗੀ? ਉੱਥੋਂ ਮਦਦ ਆਹੀ ਸੀ, ਆਪਾਂ ਆਪਸ ਵਿੱਚ ਹੀ ਰਲ ਕੇ ਡਰਾਈਵਰ ਭਰਾ ਜਿੰਨੇ ਸੀਗੇ ਸਾਰੇ, ਜਿੰਨੇ ਆਪਣੇ ਫੈਮਲੀਆਂ ਵਾਲੇ ਸੀਗੇ, ਸਾਰੇ ਆਪਸ ਵਿੱਚ ਹੀ ਰਲ ਕੇ ਕੀਤਾ। ਜਿੱਦਾਂ ਹੁਣ ਸਾਡੇ ਕੋਲ ਇੱਕ 2 ਦਿਨ ਦਾ ਫੂਡ ਸੀਗਾ, ਉਹ ਰਾਤ ਕਈਆਂ ਬੰਦਿਆਂ ਕੋਲ, ਕਾਰਾਂ ਵਾਲਿਆਂ ਕੋਲ ਫੂਡ ਨਹੀਂ ਸੀਗਾ, ਉਹਨਾਂ ਨੂੰ ਫੂਡ ਖਿਲਾਇਆ, ਉੱਥੇ ਉਹਨਾਂ ਨੂੰ ਟਰੱਕਾਂ ਦੇ ਵਿੱਚ ਪਾਇਆ। ਤੇ ਘੱਟੋ ਘੱਟ ਨਹੀਂ 4-5 ਹਜ਼ਾਰ ਬੰਦਾ ਹੋਪ ਦੇ ਵਿੱਚ ਉਸ ਟਾਈਮ ਸੀਗਾ, ਜਿਹੜਾ ਬਾਹਰੋਂ ਟੂਰਿਸਟ, ਜਿੱਦਾਂ ਟੂਰਿਸਟ ਹੀ ਕਹਿ ਲਓ, ਜਿਹੜੇ ਘੁੰਮਣ ਫਿਰਨ ਗਏ ਸੀਗੇ। ਵਿੱਚ ਸਕੂਲ ਦੀਆਂ ਫੁੱਟਬਾਲ ਟੀਮ ਵਾਲਿਆਂ ਦੀ ਬੱਸ ਵੀ ਸੀਗੀ। ਉਹ ਫਿਰ ਸਾਰਾ ਜਿੱਦਾਂ ਉੱਥੇ ਗੈਸ ਸਟੇਸ਼ਨਾਂ 'ਤੇ ਜਿੱਥੇ ਜਿੱਥੇ ਜਗ੍ਹਾ ਮਿਲੀ ਆ, ਉੱਥੇ ਉਹਨਾਂ ਨੂੰ ਬਿਠਾ ਕੇ ਤਾਂ ਸਾਰਾ ਰਲ ਮਿਲ ਕੇ ਆਪਸ ਵਿੱਚ ਹੀ ਕੀਤਾ। ਉਦੋਂ ਬਾਅਦ ਚਣੀ ਫਿਰ ਜਿਹੜਾ ਭੈਣ ਜੀ ਹੁਣੀ ਉੱਦਣ ਫੂਡ ਭੇਜਿਆ ਆਪਣੇ ਲਾਲੀ ਫਾਰਮ ਵਾਲੇ ਚੌਪਰ ਨਾਲ, ਉੱਥੇ ਡਰੋਪ ਕੀਤਾ ਉਹਨਾਂ ਨੇ। 3 ਗੇੜੇ ਲਾਏ ਉੱਦਣ, ਤੇ ਫਿਰ ਸਾਨੂੰ ਹੋ ਗਿਆ ਵੀ ਸਾਡੇ ਕੋਲ ਹੁਣ ਫੂਡ ਪਹੁੰਚ ਗਿਆ, ਸਾਨੂੰ ਹੁਣ ਕੋਈ ਪ੍ਰੋਬਲਮ ਨਹੀਂ। ਹਾਂਜੀ। ਤੇ ਤੁਸੀਂ ਵੀ ਉੱਥੇ ਮੌਜੂਦ ਸੀਗੇ ਜਦੋਂ ਉੱਥੇ ਬਹੁਤ ਸਾਰੇ ਟਰੱਕ ਡਰਾਈਵਰ ਸੀਗੇ, ਕੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਸੀ? ਜਦੋਂ ਮਦਦ ਸਾਰੇ ਇੱਕ ਦੂਜੇ ਦੀ ਕਰ ਰਹੇ ਸੀ, ਪਹਿਲਾਂ ਤੋਂ ਜਾਣਦੇ ਸੀਗੇ ਜਾਂ ਫਿਰ ਉਸ ਦੌਰਾਨ ਹੀ ਮਦਦ ਦੌਰਾਨ ਇੱਕ ਦੂਜੇ ਨੂੰ? ਪਹਿਲੀ ਰਾਤ ਹੀ ਅਸੀਂ ਇਕੱਠੇ ਹੋਏ ਹਾਂ ਜੀ ਉਦੋਂ, ਤੇ ਇਹ ਵੀ ਅੱਗੇ ਆ ਗਏ ਤੇ ਮਦਦ ਕਰਨ ਲਈ ਵੀ। ਜਿਵੇਂ ਹੁਣ ਬਾਕੀ ਤਾਂ ਟਰੱਕਾਂ 'ਚ ਸਾਰੇ ਬੈਠੇ ਸੀਗੇ, ਇਹਨਾਂ ਨੇ ਰੁਪਿੰਦਰ ਭੈਣ ਜੀ ਨੂੰ ਕਾਲ ਕੀਤੀ, ਇਹਨਾਂ ਨੇ ਸਾਰੇ ਸਰਕੂਲੇਟ ਕੀਤਾ ਇੱਥੇ। ਤੇ ਆਪਣੇ ਗਗਨਵੀਰ ਜੀ ਹੋਣੀ ਆ ਜਿਨ੍ਹਾਂ ਨੇ ਫੂਡ ਕਲੈਕਟ ਕੀਤਾ। ਤੇ ਬਾਕੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰੀ ਰਾਤ ਬੈਠ ਕੇ ਫੂਡ ਪੈਕ ਕੀਤਾ ਹੈ ਨਾ। ਤੇ ਉੱਥੇ ਆਏ ਆ ਵੀ ਉੱਤੇ 200 ਟਰੱਕ ਸਾਡੇ ਸਟਾਪ 'ਤੇ ਖੜ੍ਹਾ ਸੀਗਾ, ਤੇ ਅਰਾਊਂਡ 200 ਟਰੱਕ ਸੀਗਾ ਫਲਾਇੰਗ ਜੇ 'ਤੇ। ਤੇ ਉਹ ਸਾਨੂੰ ਉੱਥੇ ਉਹਨਾਂ ਨੇ ਵਾਸ਼ਰੂਮ ਯੂਜ਼ ਕਰਨ ਨੂੰ ਦਿੱਤੇ। ਤੇ ਕਿਉਂਕਿ ਅਸੀਂ ਟਿਕਾਣੇ 'ਤੇ ਬੈਠੇ ਸੀ, ਉਹਨਾਂ ਦਾ ਉਦੋਂ ਜ਼ਿਆਦਾ ਬੁਰਾ ਹਾਲ ਸੀ ਜਿਹੜੇ ਰੋਡਾਂ ਦੇ ਉੱਪਰ ਬੈਠੇ ਸੀਗੇ। ਜਦੋਂ ਇਹਨਾਂ ਨੇ ਭੈਣ ਜੀ ਉਹਨਾਂ ਨੇ ਹੈਲਪ ਕੀਤੀ, ਇੱਥੋਂ ਫੂਡ ਇਕੱਠਾ ਹੋਇਆ, ਸਾਡੇ ਕੋਲੇ ਪਹੁੰਚਿਆ। ਫਿਰ ਅਸੀਂ ਉੱਥੇ ਪਿਕਅਪ ਟਰੱਕ 'ਤੇ ਜਾਣੀ ਜਿੱਥੇ ਵੀ ਖੜ੍ਹੇ ਸੀਗੇ, ਨੇੜੇ ਤੇੜੇ ਦੂਰ ਪੁੱਲ ਆਊਟਾਂ ਦੇ ਵਿੱਚ ਟਰੱਕਰ ਕਾਰਾਂ ਵਾਲੇ ਸਾਰਿਆਂ ਨੂੰ ਫੂਡ ਪਹੁੰਚਦਾ ਕੀਤਾ, ਕੱਲਿਆਂ ਨੂੰ ਸਾਰਾ ਦਿਨ ਇੱਦਾਂ। ਤੇ 3 ਸਾਡੇ ਕੋਲੇ ਚੌਪਰ ਆਏ ਸੀਗੇ ਫੂਡ ਦੇ, ਤੇ 1 ਗਿਆ ਸੀਗਾ ਬਾਏ ਪੈਸੇਂਜਰ ਪਲੇਨ। ਤੇ ਉਹ ਸਾਰੀ ਇਹਨਾਂ ਦੀ ਮਿਹਨਤ ਸੀ, ਕਿਉਂਕਿ ਜੇ ਇੱਥੇ ਨਾ ਪਤਾ ਲੱਗਦਾ ਤਾਂ ਸਾਨੂੰ ਉੱਥੇ ਕਿਹਨੇ ਫੂਡ ਪਹੁੰਚਾਉਣਾ ਸੀਗਾ ਹੈ ਨਾ। ਤੇ ਉੱਦਾਂ ਹੀ ਅਸੀਂ ਬਣਿਆ ਤੇ ਇੰਨੇ ਕਲੋਜ਼ ਹੋ ਗਏ, ਜਿਵੇਂ ਬ੍ਰਦਰ ਵਾਲਾ ਕੰਮ ਹੋ ਗਿਆ। ਸਵੇਰ ਤੋਂ ਇਕੱਠੇ ਆ ਜੀ, ਤੇ ਹੁਣ ਫਲਾਈਟ ਲੈ ਕੇ ਹੁਣ ਬੱਚਿਆਂ 'ਚ ਜਾਵਾਂਗੇ ਮੇ ਵੀ ਸਵੇਰੇ ਹੈ ਨਾ, ਕੱਲ੍ਹ ਨੂੰ। ਤੇ ਜਾਣੀ ਇਹ 4-5 ਦਿਨ ਇੱਦਾਂ ਦੇ ਸੀਗੇ, ਕਦੇ ਭੁੱਲਣ ਵਾਲੇ ਨਹੀਂ ਹੈਗੇ ਜੀ। ਕਿਉਂਕਿ ਉੱਥੇ ਜਿੱਥੇ ਖੜ੍ਹੇ ਸੀਗੇ, ਉੱਥੇ ਹਿੱਲਾਂ ਤੋਂ ਇੰਨਾ ਪਾਣੀ ਆ ਰਿਹਾ ਸੀ ਥੱਲੇ। ਜਦੋਂ ਪਹਿਲੇ ਦਿਨ ਖੜ੍ਹੇ ਸੀ, ਮਸਾਂ ਹੀ ਮੈਨੂੰ ਲੱਗਦਾ 4-5 ਇੰਚ ਪਾਣੀ ਹੋਣਾ।
ਤੇ ਉਹ ਤੀਜੇ ਦਿਨ ਸਵੇਰ ਨੂੰ ਉੱਥੇ ਡੰਪ ਟਰੱਕ ਵੀ ਡੁੱਬ ਗਏ ਸੀਗੇ। ਤੇ ਜੇ ਮੀਂਹ ਇੱਕ ਦਿਨ ਹੋਰ ਨਾ ਹਟਦਾ ਵੀ ਉੱਥੇ ਵੀ ਪਾਣੀ ਆ ਸਕਦਾ ਜਿੱਥੇ ਅਸੀਂ ਖੜੇ ਸੀਗੇ ਜੀ। ਤੇ ਹਾਂਜੀ, ਤੇ ਉਹ ਇਦਾਂ ਵੀ ਸਾਰੇ ਟਰੱਕਰ ਭਰਾਵਾਂ ਨੇ ਮਿਲ ਕੇ ਸਾਰਾ ਟਾਈਮ ਕੱਢਿਆ ਜੀ ਉੱਥੇ। ਹਾਂਜੀ, ਜਿੰਨੇ ਵੀ ਟਰੱਕ ਡਰਾਈਵਰ ਜਿਹੜੇ ਸੀਗੇ ਇੱਕ ਦੂਜੇ ਨਾਲ ਗੱਲਬਾਤ ਤਾਂ ਸਾਰੇ ਕਰ ਹੀ ਰਹੇ ਸੀਗੇ। ਤੁਹਾਨੂੰ ਲੱਗਦਾ ਸੀ ਕੋਈ ਨਾ ਕੋਈ ਅੰਦਾਜ਼ਾ ਦਿਮਾਗ ਦੇ ਵਿੱਚ ਇਦਾਂ ਦਾ ਚੱਲ ਰਿਹਾ ਸੀ ਕਿ ਇੰਨੇ ਸਮੇਂ ਤੱਕ ਸਾਡੇ ਤੱਕ ਮਦਦ ਜਿਹੜੀ ਹੈ ਉਹ ਪਹੁੰਚ ਜਾਏਗੀ, ਜਾਂ ਫਿਰ ਕੁਝ ਆਪਣੇ ਤੌਰ ਦੇ ਉੱਤੇ ਵੀ ਤੁਸੀਂ ਸਲਾਹ ਮਸ਼ਵਰਾ ਸਾਰੇ ਜਣੇ ਮਿਲ ਕੇ ਕਰ ਰਹੇ ਸੀ ਵੀ ਜੇ ਸਥਿਤੀ ਹੁਣ ਆ ਗਈ ਹੈ ਤਾਂ ਅਸੀਂ ਆਪਣੇ ਤੌਰ ਤੇ ਕੀ ਕਰ ਰਹੇ ਹਾਂ? ਕਈਆਂ ਨੇ ਉੱਥੇ ਟਰੱਕ ਛੱਡ ਦਿੱਤੇ, ਟਰੱਕ ਖੜੇ ਰਹੇ, ਕਈ ਕਿਸੇ ਤਰੀਕੇ ਨਾਲ ਨਿਕਲ ਪਾਏ ਉੱਥੋਂ। ਸੋ ਇਦਾਂ ਦੀਆਂ ਕੁਝ ਕੋਸ਼ਿਸ਼ਾਂ ਚੱਲ ਰਹੀਆਂ ਸੀ। ਹੁਣ ਕੀ ਜਾਣਕਾਰੀ ਤੁਹਾਨੂੰ ਉੱਥੋਂ ਮਿਲ ਰਹੀ ਹੈ? ਇੱਕ ਦੂਜੇ ਨਾਲ ਰਾਬਤੇ ਵਿੱਚ ਹੈਗੇ ਹੋ? ਸਾਰੇ ਉੱਥੋਂ ਨਿਕਲ ਚੁੱਕੇ ਨੇ? ਹਾਂਜੀ, ਜਦੋਂ ਪਹਿਲਾਂ ਉਹਨਾਂ ਨੇ ਰੋਡ ਖੋਲ੍ਹਿਆ, ਪਹਿਲਾਂ ਉੱਥੋਂ ਕਾਰਾਂ ਕੱਢੀਆਂ ਉਹਨਾਂ ਨੇ। ਇੱਕ ਆਪਣੇ ਘੱਟੋ ਘੱਟ ਨਹੀਂ ਪੂਰੀ ਰਾਤ ਉੱਦਾਂ ਰੋਡ ਚੱਲਿਆ ਆ, ਉਹਨਾਂ ਨੇ ਕਾਰਾਂ ਕੱਢੀਆਂ, ਉਨੀ ਦੇ ਟਰੱਕ ਨਹੀਂ ਕੋਈ ਨਿਕਲਣ ਦਿੱਤਾ। ਫਿਰ ਉਹਨਾਂ ਨੂੰ ਜਦੋਂ ਹੋ ਗਿਆ ਕਿ ਹਾਂ ਹੁਣ ਰੋਡ ਵੀ ਆਪਣਾ ਇੰਨਾ ਕੁ ਵੇਟ ਚੱਲਦਾ ਆ, ਉਸ ਵੇਟ ਦੇ ਹਿਸਾਬ ਨਾਲ ਉਹਨਾਂ ਨੇ ਪਹਿਲਾਂ ਥੋੜ੍ਹੇ ਟਰੱਕ ਖਾਲੀ ਕੱਢੇ ਆ, ਫਿਰ ਉਦੋਂ ਥੋੜ੍ਹੇ ਲੋਡਡ ਕੱਢੇ ਆ। ਹੁਣ ਸਾਰੇ ਟਰੱਕ ਉੱਥੋਂ ਆ ਗਏ ਆ, ਉੱਥੇ ਕੋਈ ਨਹੀਂ ਆਪਣਾ ਵੀ ਜਿੱਦਾਂ ਹੁਣ ਟਰੱਕ ਉਹ ਖੜੇ ਆ ਜਿਹੜੇ ਆਪਣੇ ਫਲੈਟ ਲੈ ਕੇ ਉੱਥੋਂ ਹੈਲੀਕਾਪਟਰ ਰਾਹੀਂ ਜਿਨ੍ਹਾਂ ਨੂੰ ਜ਼ਿਆਦਾ ਐਮਰਜੈਂਸੀ ਸੀਗੀ। ਜਿੱਦਾਂ ਹੁਣ ਇੱਕ ਅਸੀਂ ਪਲੇਨ ਉੱਥੋਂ ਕੀਤਾ ਹੈਗਾ ਬੁੱਕ 12 ਜਣਿਆਂ ਲਈ, ਉਹਨਾਂ ਨੂੰ ਐਮਰਜੈਂਸੀ ਸੀਗੀ, ਉਹਦੇ ਵਿੱਚ ਬੱਚਿਆਂ ਨੂੰ ਅਸੀਂ ਤੋਰਤਾ ਵੀ ਬੱਚਿਆਂ ਦਾ ਬਹੁਤ ਹਾਰਡ ਸੀਗਾ ਉੱਥੇ, ਤੇ ਸਾਰਾ ਆਪਸ ਵਿੱਚ ਹੀ ਰਾਬਤਾ ਕਾਇਮ ਕੀਤਾ ਸੀ। ਤੇ ਪਰ ਉੱਥੋਂ ਟਰੱਕਰ ਸਾਰੇ ਆ ਗਏ ਆ, ਹੁਣ ਕੁਛ ਟਰੱਕ ਖੜੇ ਆ ਉੱਥੇ, ਉਹ ਜਦੋਂ ਇੱਧਰੋਂ ਹੁਣ ਜਾਣਗੇ ਫਿਰ ਲੈ ਕੇ ਆਉਣਗੇ ਜੀ। ਹਾਂਜੀ, ਕਦੇ ਭੁੱਲ ਪਾਉਂਗੇ ਇਸ ਸਮੇਂ ਨੂੰ? ਇਦਾਂ ਦੀ ਕਦੀ ਤਰਾਸਦੀ ਦਾ ਕਦੀ ਪਹਿਲਾਂ ਸੋਚਿਆ ਸੀ ਵੀ ਹੋ ਸਕਦਾ? ਨਹੀਂ ਭੁੱਲ ਪਾਉਂਦੇ ਜੀ, ਇਹ ਤਾਂ ਇੱਧਰ ਪੁੱਛੋ ਜੀ ਹੁਣ। ਨਹੀਂ ਜੀ, ਇਹ ਭੁੱਲਿਆ ਨਹੀਂ ਜਾਣਾ, ਪਰ ਇਹ ਟਾਈਮ ਨੇ ਕੁਝ ਗੱਲਾਂ ਚੰਗੀਆਂ ਵੀ ਕੀਤੀਆਂ, ਕਿਉਂਕਿ ਕੋਈ ਵੀ ਟਾਈਮ ਆਉਂਦਾ ਇਦਾਂ ਦਾ, ਕੁਝ ਚੰਗੀਆਂ ਗੱਲਾਂ ਵੀ ਹੁੰਦੀਆਂ, ਮਾੜੀਆਂ ਵੀ ਹੁੰਦੀਆਂ। ਜਿਵੇਂ ਹੁਣ ਇਹਦੇ ਮੇਰੇ ਫਰੈਂਡ ਬਣਿਆ, ਹੋਰ ਬਹੁਤ ਫਰੈਂਡ ਬਣੇ ਆ ਉੱਤੇ। ਬਾਕੀ ਇੱਕ ਦੂਜੇ ਨੂੰ ਪਤਾ ਲੱਗਦਾ, ਜਿਵੇਂ ਹੁਣ ਕਿਸਾਨ ਮੋਰਚਾ ਜੀ ਸੇਮ ਵੀ ਇੱਕ ਦੂਜੇ ਨੂੰ ਮਦਦ ਕਰਨ ਦਾ, ਕੋਈ ਮਾੜੇ ਬੰਦੇ ਚੰਗੇ ਬਣ ਜਾਂਦੇ ਆ ਨਾ, ਤੇ ਉਹਦੇ ਨਾਲ ਬਹੁਤ ਫਰਕ ਪਿਆ ਜੀ ਉੱਥੇ ਖੜ੍ਹ ਕੇ। ਹਾਂਜੀ, ਰੁਪਿੰਦਰ ਜੀ, ਇਹਨਾਂ ਦੀ ਮਦਦ ਦੇ ਵਿੱਚ ਤੁਹਾਡਾ ਜਿਹੜਾ ਬਹੁਤ ਜ਼ਿਆਦਾ ਰੋਲ ਸਮਝਿਆ ਜਾ ਰਿਹਾ ਐਜ਼ ਅ ਵਲੰਟੀਅਰ। ਸਾਡੀ ਸਭ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਇੱਦਾਂ ਦੇ ਮੌਕੇ ਦੇ ਉੱਤੇ, ਖਾਸ ਤੌਰ ਦੇ ਉੱਤੇ, ਕਿ ਕਿਸੇ ਦੀ ਮਦਦ ਲਈ ਆਪਣਾ ਸਮਾਂ ਜਿਹੜਾ ਆਪਣੇ ਕੰਮਕਾਰ ਛੱਡ ਕੇ ਕਿਵੇਂ ਕੱਢਣਾ ਹੈ। ਤੇ ਜੇ ਅਸੀਂ ਉੱਥੇ ਨਹੀਂ ਪਹੁੰਚ ਸਕਦੇ ਤਾਂ ਇੱਥੋਂ ਬੈਠੇ ਅਸੀਂ ਕੀ ਕਰ ਸਕਦੇ ਹਾਂ? ਉਹ ਕੋਸ਼ਿਸ਼ ਜਿਵੇਂ ਸਾਰਿਆਂ ਨੇ ਕੀਤੀ, ਜਿਹਦੇ ਵਿੱਚ ਤੁਹਾਡਾ ਵੀ ਬਹੁਤ ਵਧੀਆ ਰੋਲ ਤੇ ਵੱਡਾ ਰੋਲ ਹੈ, ਜਿਵੇਂ ਕਿ ਇਹ ਦੱਸ ਰਹੇ ਨੇ। ਤੁਸੀਂ ਆਪਣੇ ਤੌਰ ਦੇ ਉੱਤੇ ਜਦੋਂ ਤੁਹਾਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਕੀ ਕੁਛ ਕੀਤਾ, ਕਿਵੇਂ ਹੈਲਪ ਕੀਤੀ? ਥੋੜ੍ਹਾ ਜਿਹਾ ਇੱਧਰ ਨੂੰ ਆ ਜਾਓ ਪਲੀਜ਼ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਸ਼ੁਕਰਾਨਾ ਕਰੂੰਗੀ ਤੇ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਇਹ ਸਾਰਿਆਂ ਨੂੰ ਸੇਫ ਆਪਣੇ ਆਪਣੇ ਘਰੀ ਪਹੁੰਚਾਤਾ। ਤੇ ਮੈਂ ਲਾਭਤ ਨੂੰ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਕਰੂੰਗੀ, ਬਿਕਾਜ਼ ਇਹਨਾਂ ਦੇ ਜ਼ਰੀਏ ਹੀ ਮੈਨੂੰ ਉੱਥੇ ਸਾਰਾ ਕੁਝ ਪਤਾ ਲੱਗਿਆ। ਤੇ ਜਿੰਨਾ ਵੀ ਫੂਡ ਅਸੀਂ ਕੋਸ਼ਿਸ਼ ਕੀਤੀ ਪਹਿਲਾਂ ਪਹੁੰਚਾਉਣ ਦੀ ਉੱਥੇ, ਤੇ ਮੇਰੀ ਜਗਰੂਪ ਬਰਾੜ MLA ਜਿਹੜੇ ਫਰੀਦਕੋਟ ਦੇ ਹੈਗੇ, ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਕਹਿੰਦੇ ਤੁਸੀਂ ਹਜੇ ਆਪਣਾ ਜਿਹੜਾ B ਪਲਾਨ ਰੱਖੋ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਸ਼ਾਮ ਤੱਕ ਉੱਥੇ ਖਾਣਾ ਪਹੁੰਚ ਜਾਊਗਾ, ਵਿਚ ਇਜ਼ ਹੀ ਡਿਡ। ਤੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਚਲੋ ਇੱਕ ਚੇਨ ਤੁਰ ਪਈ। ਸਾਰੇ ਜਣੇ ਜਿੰਨੇ ਵੀ ਕਮਿਊਨਿਟੀ ਦੇ ਭੈਣ ਭਰਾ ਹੈਗੇ ਆ, ਸਾਰਿਆਂ ਨੇ ਕੋਆਰਡੀਨੇਟ ਕਰਕੇ ਇੱਕ ਦੂਜੇ ਦੀ ਹੈਲਪ ਕੀਤੀ। ਪਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਕਰਕੇ ਹੀ ਮੈਨੂੰ ਪਤਾ ਲੱਗਿਆ ਤੇ ਮੈਂ ਉਦੋਂ ਹੀ ਰੌਲਾ ਪਾਤਾ ਕਿ ਯੂ ਨੋ ਵਾਟ, ਵੀ ਨੀਡ ਟੂ ਗੈਟ ਟੂਗੈਦਰ ਐਂਡ ਹੈਲਪ ਦਮ ਆਊਟ। ਸੋ ਮੈਨੂੰ ਪਤਾ ਕਿ ਤੁਹਾਡੇ ਮੈਸੇਜ ਸਾਡੀ ਟੀਮ ਤੱਕ, ਚੈਨਲ ਪੰਜਾਬੀ ਤੱਕ ਵੀ ਜਿਹੜੇ ਆ ਪਹੁੰਚਾਏ ਜਾ ਰਹੇ ਸੀ ਕਿ ਜਿਵੇਂ ਕਿਵੇਂ ਹੋ ਸਕਦਾ ਸੀ ਇਹਨਾਂ ਸਾਰਿਆਂ ਦੀ ਮਿਲ ਕੇ ਮਦਦ ਕਰੀਏ। ਤੁਹਾਡੀ ਮੈਸੇਜ ਜਦੋਂ ਸਪਰੈਡ ਕੀਤਾ ਗਿਆ ਤਾਂ ਕਿੰਨੀ ਦੇਰ ਤੱਕ ਜਿਹੜੀ ਹੈ ਇਹਨਾਂ ਤੱਕ ਮਦਦ ਪਹੁੰਚ ਪਾਈ, ਔਰ ਕੀ ਓਵਰਆਲ ਉੱਥੋਂ ਉਦੋਂ ਸਾਰੇ ਨਿਕਲਣੇ ਸ਼ੁਰੂ ਹੋ ਗਏ ਸੀ? ਹਾਂਜੀ, ਮਦਦ ਤਾਂ ਸਾਡੀ 8:30 ਵਜੇ ਤੋਂ ਹੀ ਸਵੇਰ ਤੋਂ ਸ਼ੁਰੂ ਹੋ ਗਈ ਸੀਗੀ। ਤੇ ਬਹੁਤ ਜਣੇ ਆਪਣੀ ਕਮਿਊਨਿਟੀ ਦੇ ਲੋਕਾਂ ਨੇ ਮੈਨੂੰ ਕੰਟੈਕਟ ਕਰਨਾ ਸ਼ੁਰੂ ਕਰਤਾ, ਭੈਣ ਜੀ ਦੱਸੋ ਕਿੱਦਾਂ ਕਰੀਏ ਹੈ ਨਾ। ਪਰ ਪ੍ਰੋਬਲਮ ਸੀਗੀ ਕਿ ਖਾਣਾ ਉੱਥੇ ਪਹੁੰਚਾਉਣਾ ਕਿੱਦਾਂ ਆ। ਤੇ ਮੈਂ 1-2 ਕੰਪਨੀਜ਼ ਨਾਲ ਉੱਥੇ ਗੱਲ ਵੀ ਕੀਤੀ, ਜਿਹੜੇ ਆਪਣੇ ਹੈਲੀਕਾਪਟਰਸ ਵਾਲੇ ਹੈਗੇ ਨੇ, ਤੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਦੱਸੋ ਵੀ ਕਿੰਨੇ ਵਜੇ ਉੱਥੇ ਫੂਡ ਪਹੁੰਚਾਉਣਾ। ਪਰ ਉਹ ਤੋਂ ਪਹਿਲਾਂ ਹੀ ਕਾਫੀ ਕੁਛ ਗਵਰਨਮੈਂਟ ਵੱਲੋਂ ਅਰੇਂਜ ਹੋ ਚੁੱਕਿਆ ਸੀਗਾ, ਜਗਰੂਪ ਬਰਾੜ MLA ਵੱਲੋਂ। ਤੇ ਉਹ ਕਹਿੰਦੇ ਕਿ ਤੁਸੀਂ ਫਿਕਰ ਨਾ ਕਰੋ। ਉਹ ਤੋਂ ਬਾਅਦ ਫਿਰ ਮਿਸਟਰ ਕੀ ਕਹਿੰਦੇ ਆ ਆਪਣੇ ਜਿਹੜੇ ਸ਼ੇਰੇ ਪੰਜਾਬ ਦੇ ਭਾਜੀ ਹੋਰੀ ਹੈਗੇ, ਹਾਂਜੀ ਰਮਾਣਾ ਭਾਜੀ ਹੋਰੀ ਹੈਗੇ ਨੇ, ਹਰਜੀਤ ਗਿੱਲ ਜੀ ਹੋਰੀ ਹੈਗੇ, ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਲਾਲੀ ਬ੍ਰਦਰਜ਼ ਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਆਪਣੇ ਚੌਪਰ ਰਾਈਟ ਵੇ ਤਿਆਰ ਕੀਤੇ ਤੇ ਨਾਲ ਦੀ ਨਾਲ ਹੈਵੀ ਸਪੋਰਟ ਤੋਂ ਖਾਣਾ ਉੱਥੋਂ ਪੈਕ ਕਰਕੇ ਇਹਨਾਂ ਤੱਕ ਪਹੁੰਚਾਉਣਾ ਸ਼ੁਰੂ ਕੀਤਾ। ਹਾਂਜੀ, ਥੈਂਕ ਯੂ ਸੋ ਮਚ। ਸੋ ਸਾਰਿਆਂ ਨੇ ਵੱਧ ਚੜ ਕੇ ਜਿੰਨਾ ਹੋ ਸਕਦਾ ਸੀ ਮਦਦ ਕੀਤੀ ਔਰ ਬਾਖੂਬੀ ਬਾਹਰ ਨਿਕਲ ਪਾਏ। ਥੈਂਕ ਯੂ ਕਰਦੇ ਆ ਸਾਰੇ ਜਗਰੂਪ ਭਾਜੀ ਹੁਣਾਂ ਦਾ, ਰਮਾਣਾ ਭਾਜੀ ਦਾ, ਹਰਜੀਤ ਭਾਜੀ ਦਾ ਤੇ ਲਾਲੀ ਫਾਰਮ ਵਾਲਿਆਂ ਦਾ, ਤੇ ਭੈਣ ਜੀ ਹੁਣਾਂ ਦਾ ਤਾਂ ਜਿਹੜਾ ਯੋਗਦਾਨ ਇੰਨਾ ਕੁ ਸੀਗਾ ਵੀ ਸਾਰਿਆਂ ਦਾ। ਤੇ ਵੀ ਸਾਰਿਆਂ ਦਾ ਅਸੀਂ ਦਿਲੋਂ, ਸਾਰੇ ਡਰਾਈਵਰ ਭਰਾਵਾਂ ਵੱਲੋਂ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਵੀ ਜਿਹੜਾ ਸਾਨੂੰ ਐਵਰ ਸਪੋਰਟ ਦੀ ਸੰਗਤ
ਸਾਰੀ ਸੰਗਤ ਨੇ ਸਾਡੇ ਤੱਕ ਫੂਡ ਪਹੁੰਚਦਾ ਕੀਤਾ। ਫਿਰ ਤਾਂ ਸਾਡੇ ਇੰਨੇ ਕੁ ਹੌਸਲੇ ਬੁਲੰਦ ਹੋ ਗਏ ਸੀਗੇ ਕਿ ਸਾਨੂੰ ਚਾਅ ਚੜ ਗਿਆ ਵੀ ਜੇ ਹੁਣ ਅਸੀਂ ਇੱਥੇ ਹੈਗੇ ਆ ਤੇ ਜਦੋਂ ਹੁਣ ਤੁਰਨ ਲੱਗੇ ਆ ਤੇ ਉਦੋਂ ਇਦਾਂ ਲੱਗਦਾ ਵੀ ਅਸੀਂ ਜਿੱਦਾਂ ਵੀ ਇੱਕ ਦੂਜੇ 'ਚ ਹੁਣ ਵਿਛਣ ਲੱਗੇ ਆ, ਵੀ ਇਦਾਂ ਦਾ ਪਿਆਰ ਬਣ ਗਿਆ ਸੀਗਾ। ਜਦੋਂ ਚਾਹ ਉੱਥੇ ਬਣਦੀ ਸੀਗੀ ਸਵੇਰ ਨੂੰ ਉੱਠਦੇ ਹੀ ਤੇ ਆ ਕੇ ਸਾਰੇ ਗੋਰੇ ਵੀ ਸਾਡੇ ਕੋਲ ਚਾਹ ਦੇ ਕੱਪ ਵੀ ਚਾਹ ਬਣੀ ਕਿ ਨਹੀਂ ਬਣੀ, ਕਹਿੰਦੇ ਵੀ ਚਾਹ ਬਹੁਤ ਸਵਾਦ ਬਣਾਉਂਦੇ ਆ ਤੇ ਬੜਾ ਉੱਥੇ ਸੀਗਾ। ਪਰ ਜਿਹੜਾ ਇਦਾਂ ਦਾ ਟਾਈਮ ਕਦੀ ਦੇਖਿਆ ਨਹੀਂ ਸੀਗਾ, ਪਹਿਲੀ ਵਾਰੀ ਦੇਖਿਆ। ਪਰ ਇਦਾਂ ਦਾ ਰੱਬ ਟਾਈਮ ਨਾ ਲਿਆਵੇ। ਜਿਹੜਾ ਅੱਖੀ ਸੀਨ ਦੇਖਿਆ ਨਾ ਉਹਨਾਂ ਨੂੰ ਪਤਾ ਵੀ ਜਦੋਂ ਥੱਲੇ ਨੂੰ ਆਉਂਦਾ ਸੀ ਇੱਕ ਟਾਈਮ ਤਾਂ ਇਦਾਂ ਦਾ ਵੀ ਆ ਗਿਆ ਸੀ, ਹਵਾ ਦਾ ਬੁੱਲਾ ਇਦਾਂ ਆਇਆ ਬਈ ਉਦੋਂ ਟਰੱਕ ਹਿਲਾਤੇ ਬਈ ਉਦੋਂ ਇਦਾਂ ਲੱਗਾ ਕਿ ਹੁਣ ਹੈ ਨਹੀਂ ਕੁਛ ਵੀ ਹੁਣ ਕੰਮ ਖਤਮ ਆ। ਤੇ ਇਦਾਂ ਦਾ ਟਾਈਮ ਪਹਿਲੀ ਵਾਰੀ ਫਸਟ ਟਾਈਮ ਦੇਖਿਆ ਜੀ। ਤੇ ਥੈਂਕ ਯੂ ਤੁਹਾਡਾ ਵੀ ਆਪਣੇ ਚੈਨਲ ਪੰਜਾਬੀ ਵਾਲਿਆਂ ਦਾ ਜੀ, ਹਾਂਜੀ, ਜਿਹੜੇ ਸਾਡੀ ਸਾਰਾ ਤੁਸੀਂ ਸਪੋਰਟ ਕਰ ਰਹੇ ਜੀ। ਹਾਂਜੀ, ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।